ਜਿਹੜੀ ਤੁਸੀਂ ਇਹ ਇਮਾਰਤ ਦੇਖ ਰਹੇ ਹੋ ਨਾ, ਇਹ ਇਮਾਰਤ ਭਾਵੇਂ ਬਾਅਦ ਦੇ ਵਿੱਚ ਬਣਾਈ ਗਈ ਹੈ, ਪਰ ਯਤਨ ਕੀਤਾ ਗਿਆ ਹੈ ਵੀ ਇਸ ਇਮਾਰਤ ਨੂੰ ਉਸੇ ਤਰ੍ਹਾਂ ਦੇ ਨਾਲ ਕਿਲੇ ਦੀ ਸ਼ੇਪ ਦਿੱਤੀ ਜਾਵੇ, ਉਸੇ ਤਰ੍ਹਾਂ ਦੀ ਦਿੱਖ ਹੋਵੇ ਤਾਂ ਜੋ ਅਸੀਂ ਮਹਿਸੂਸ ਕਰ ਸਕੀਏ ਵੀ ਇਹ ਉਹੀ ਕਿਲਾ ਹੈ ਜਿੱਥੇ ਗੁਰੂ ਕੇ ਸਿੱਖ ਬੜੀ ਬਹਾਦਰੀ ਨਾਲ ਜੂਝਦਿਆਂ ਹੋਇਆਂ ਦੇਸ਼ ਲਈ, ਕੌਮ ਲਈ, ਇਸ ਧਰਤੀ ਦੇ ਲਈ ਔਰ ਜ਼ੁਲਮ ਨੂੰ ਮਿਟਾਉਣ ਦੇ ਲਈ ਕੁਰਬਾਨੀਆਂ ਦਿੰਦੇ ਰਹੇ। ਭਾਈ ਬਚਿੱਤਰ ਸਿੰਘ ਹੋਰੀ ਕਈ ਭਰਾ ਸਨ ਔਰ ਸਾਰੇ ਦੇ ਸਾਰੇ ਲਗਭਗ 11 ਤੋਂ 12 ਗਿਣਤੀ ਦੱਸੀ ਜਾਂਦੀ ਹੈ, ਜਿਹਦੇ ਵਿੱਚੋਂ ਇੱਕ ਭਰਾ ਭਾਈ ਨਗਾਇਆ ਜੀ ਨੂੰ ਛੱਡ ਕੇ ਸਾਰੇ ਭਰਾ ਸ਼ਹਾਦਤ ਦਾ ਜਾਮ ਪੀਤਾ, ਸਿੱਖੀ ਲਈ ਕੁਰਬਾਨ ਹੋਏ। ਜਦੋਂ ਅਨੰਦਪੁਰ ਸਾਹਿਬ ਦੀ ਅਖੀਰਲੀ ਜੰਗ ਹੁੰਦੀ ਹੈ, ਉਸ ਸਮੇਂ ਰਾਜਾ ਕੇਸਰੀ ਚੰਦ ਔਰ ਜਿਹੜੇ ਹੋਰ 22 ਧਾਰ ਦੇ ਰਾਜੇ ਸਨ, ਨਾਲ ਜਿਹੜੀਆਂ ਔਰੰਗਜ਼ੇਬ ਦੀਆਂ ਫੌਜਾਂ ਸਨ, ਉਹਨਾਂ ਨੇ ਇਹ ਮਤਾ ਪਕਾਇਆ ਕਿ ਆਨੰਦਪੁਰ ਨੂੰ ਉਦੋਂ ਤੱਕ ਨਹੀਂ ਜਿੱਤਿਆ ਜਾ ਸਕਦਾ ਜਦ ਤੱਕ ਕਿਲਾ ਲੋਹਗੜ੍ਹ ਨੂੰ ਨਹੀਂ ਜਿੱਤਿਆ ਜਾ ਸਕਦਾ, ਕਿਉਂਕਿ ਕਿਲਾ ਲੋਹਗੜ੍ਹ ਹਥਿਆਰਾਂ ਦੀ ਖੇਪ ਹੈ, ਹਥਿਆਰਾਂ ਦੀ ਫੈਕਟਰੀ ਹੈ। ਸਿੱਖਾਂ ਦੀ ਜਿਹੜੀ ਆਪਾਂ ਇਹ ਕਹਿ ਲਓ ਵੀ ਹਥਿਆਰਾਂ ਦੀ ਤਾਕਤ ਕਿਲਾ ਲੋਹਗੜ੍ਹ ਹੈ। ਹਾਥੀ ਨੂੰ ਅੱਧੀ ਰਾਤ ਨੂੰ ਪਹਿਲਾਂ ਬਹੁਤ ਸ਼ਰਾਬ ਪਿਆਈ ਗਈ, ਹਾਥੀ ਨੂੰ ਨਸ਼ਾ ਪਿਲਾਇਆ ਗਿਆ, ਉਸ ਤੋਂ ਬਾਅਦ ਹਾਥੀ ਦੇ ਸਾਰੇ ਸਰੀਰ ਦੇ ਉੱਪਰ ਲੋਹਾ ਬੰਨਿਆ ਗਿਆ, ਉਹਦੇ ਮੱਥੇ ਦੇ ਉੱਪਰ ਢਾਲਾਂ, ਮੋਟੀਆਂ ਢਾਲਾਂ ਬੰਨੀਆਂ ਗਈਆਂ ਔਰ ਹਾਥੀ ਨੂੰ ਅੱਧੀ ਰਾਤ ਨੂੰ ਨਿਰਣਾ ਕੀਤਾ ਗਿਆ ਵੀ ਇਸ ਨੂੰ ਆਪਾਂ ਛੱਡ ਦੇਣਾ ਔਰ ਹਾਥੀ ਆ ਜਿਹੜਾ ਉਹ ਕਿਲੇ ਦੇ ਦਰਵਾਜ਼ੇ 'ਚ ਟੱਕਰਾਂ ਮਾਰੇਗਾ, ਟੁੱਟ ਗਿਆ ਕਿਲੇ ਦਾ ਦਰਵਾਜ਼ਾ ਤੇ ਆਪਣਾ ਕਬਜ਼ਾ ਕਿਲੇ ਦੇ ਉੱਪਰ ਹੋ ਜਾਣਾ। ਦੂਰੋਂ ਹਾਥੀ ਆ ਰਿਹਾ, ਭਾਈ ਬਚਿੱਤਰ ਸਿੰਘ ਨੇ ਆਪਣਾ ਘੋੜਾ ਭਜਾਇਆ, ਰਕਾਬਾਂ ਤੇ ਖੜੇ ਹੋ ਕੇ ਦੋਨਾਂ ਹੱਥਾਂ ਦੇ ਨਾਲ ਬਰਸ਼ੀ ਨੇਜੇ ਨੂੰ ਸਿੱਧਾ ਕਰਦਿਆਂ ਹੋਇਆਂ ਇੱਕਦਮ ਹਾਥੀ ਦੇ ਮੱਥੇ ਵੱਲ ਵਾਰ ਕੀਤਾ। ਭਰਮਾ ਇੰਨਾ ਕੁ ਭਰਮਾ ਵਾਰ ਕੀਤਾ ਕਿ ਇੱਕਦਮ ਢਾਲਾਂ ਨੂੰ ਚੀਰਦੀ ਹੋਈ ਨਾਗਣੀ ਅੰਦਰ ਤੱਕ ਮੱਥੇ ਦੇ ਧਸ ਗਈ, ਲਹੂ ਦੀ ਤਤੀਰੀ ਸੀ ਜਿਹੜੀ ਉਹ ਵਗ ਪਈ ਔਰ ਹਾਥੀ ਚੀਕਾਂ ਮਾਰਦਾ ਹੋਇਆ ਪਿੱਛੇ ਨੂੰ ਹੀ ਭੱਜ ਤੁਰਿਆ। ਆਪਣੀਆਂ ਹੀ ਫੌਜਾਂ ਨੂੰ ਲਤਾੜਦਾ ਹੋਇਆ ਹਾਥੀ ਭੱਜ ਗਿਆ। ਦਰਸ਼ਕੋ, ਇਹ ਹੈ ਉਹ ਕਿਲਾ ਲੋਹਗੜ੍ਹ ਸਾਹਿਬ। ਜਿਹੜੀ ਤੁਸੀਂ ਇਹ ਇਮਾਰਤ ਦੇਖ ਰਹੇ ਹੋ ਨਾ, ਇਹ ਇਮਾਰਤ ਭਾਵੇਂ ਬਾਅਦ ਦੇ ਵਿੱਚ ਬਣਾਈ ਗਈ ਹੈ, ਪਰ ਯਤਨ ਕੀਤਾ ਗਿਆ ਹੈ ਵੀ ਇਸ ਇਮਾਰਤ ਨੂੰ ਉਸੇ ਤਰ੍ਹਾਂ ਦੇ ਨਾਲ ਕਿਲੇ ਦੀ ਸ਼ੇਪ ਦਿੱਤੀ ਜਾਵੇ, ਉਸੇ ਤਰ੍ਹਾਂ ਦੀ ਦਿੱਖ ਹੋਵੇ ਤਾਂ ਜੋ ਅਸੀਂ ਮਹਿਸੂਸ ਕਰ ਸਕੀਏ ਵੀ ਇਹ ਉਹੀ ਕਿਲਾ ਹੈ ਜਿੱਥੇ ਗੁਰੂ ਕੇ ਸਿੱਖ ਬੜੀ ਬਹਾਦਰੀ ਨਾਲ ਜੂਝਦਿਆਂ ਹੋਇਆਂ ਦੇਸ਼ ਲਈ, ਕੌਮ ਲਈ, ਇਸ ਧਰਤੀ ਦੇ ਲਈ ਔਰ ਜ਼ੁਲਮ ਨੂੰ ਮਿਟਾਉਣ ਦੇ ਲਈ ਕੁਰਬਾਨੀਆਂ ਦਿੰਦੇ ਰਹੇ। ਭਾਈ ਬਚਿੱਤਰ ਸਿੰਘ ਦਾ ਇਸ ਕਿਲਾ ਲੋਹਗੜ੍ਹ ਦੇ ਨਾਲ ਬਹੁਤ ਪਿਆਰ ਵਾਲਾ ਕਹਿ ਲਓ ਇਤਿਹਾਸਕ ਸੰਬੰਧ ਰਿਹਾ। ਭਾਈ ਬਚਿੱਤਰ ਸਿੰਘ ਦੇ ਜੇਕਰ ਆਪਾਂ ਜੀਵਨ ਦੀ ਗੱਲ ਕਰੀਏ ਤੇ ਭਾਈ ਬਚਿੱਤਰ ਸਿੰਘ, ਭਾਈ ਮਣੀ ਸਿੰਘ ਜਿਨ੍ਹਾਂ ਦਾ ਬੰਦ-ਬੰਦ ਕੱਟਿਆ ਗਿਆ, ਉਹਨਾਂ ਦੇ ਸਪੁੱਤਰ ਨੇ। ਮਾਂ ਦਾ ਨਾਮ ਸੀ ਸੀਤੋ ਬਾਈ। ਤੇ ਭਾਈ ਬਚਿੱਤਰ ਸਿੰਘ ਬਾਰੇ ਇੱਕ ਅਹਿਮ ਗੱਲ ਹੋਰ ਵੀ ਹੈ ਤੇ ਲੱਖੀ ਸ਼ਾਹ ਵਣਜਾਰਾ ਜਿਹੜੇ ਦਿੱਲੀ ਦੇ ਰਹਿਣ ਵਾਲੇ ਨੇ, ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ ਧੜ ਦਾ, ਭਾਈ ਲੱਖੀ ਸ਼ਾਹ ਵਣਜਾਰਾ ਭਾਈ ਬਚਿੱਤਰ ਸਿੰਘ ਦੇ ਮਾਮਾ ਜੀ ਨੇ, ਕਿਉਂਕਿ ਲੱਖੀ ਸ਼ਾਹ ਵਣਜਾਰਾ ਦੀ ਭੈਣ ਦਾ ਨਾਮ ਸੀ ਬੀਬੀ ਸੀਤੋ ਬਾਈ। ਬੀਬੀ ਸੀਤੋ ਬਾਈ ਦਾ ਵਿਆਹ ਹੋਇਆ ਭਾਈ ਮਣੀ ਸਿੰਘ ਦੇ ਨਾਲ ਤੇ ਘਰ ਦੇ ਵਿੱਚ ਜਨਮ ਹੋਇਆ ਭਾਈ ਬਚਿੱਤਰ ਸਿੰਘ ਹੋਰਾਂ ਦਾ। ਭਾਈ ਬਚਿੱਤਰ ਸਿੰਘ ਹੋਰੀ ਕਈ ਭਰਾ ਸਨ ਔਰ ਸਾਰੇ ਦੇ ਸਾਰੇ ਲਗਭਗ 11 ਤੋਂ 12 ਗਿਣਤੀ ਦੱਸੀ ਜਾਂਦੀ ਹੈ, ਜਿਹਦੇ ਵਿੱਚੋਂ ਇੱਕ ਭਰਾ ਭਾਈ ਨਗਾਇਆ ਜੀ ਨੂੰ ਛੱਡ ਕੇ ਸਾਰੇ ਭਰਾ ਸ਼ਹਾਦਤ ਦਾ ਜਾਮ ਪੀਤਾ, ਸਿੱਖੀ ਲਈ ਕੁਰਬਾਨ ਹੋਏ। ਭਾਈ ਨਗਾਇਆ ਵੀ ਉਹ ਮਹਾਨ ਸਿੱਖ ਨੇ ਜਿਨ੍ਹਾਂ ਨੇ ਚਮਕੌਰ ਦੀ ਗੜ੍ਹ ਛੱਡਣ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਤਿਗੁਰੂ ਪਾਤਸ਼ਾਹ ਨੂੰ ਆਲਮਗੀਰ ਦੀ ਧਰਤੀ ਦੇ ਉੱਪਰ ਜਾ ਕੇ ਘੋੜਾ ਭੇਟ ਕੀਤਾ ਸੀ। ਸੋ ਐਸੇ ਮਹਾਨ ਪਰਿਵਾਰ ਦੇ ਵਿੱਚੋਂ ਸਨ ਭਾਈ ਮਣੀ ਸਿੰਘ ਜੀ
ਔਰ ਮਣੀ ਸਿੰਘ ਦੇ ਸਪੁੱਤਰ ਭਾਈ ਬਚਿੱਤਰ ਸਿੰਘ ਜੀ ਸ਼ਹੀਦ। ਆਓ ਕਿਲੇ ਨੂੰ ਅੰਦਰੋਂ ਦੇਖਦੇ ਹਾਂ ਤੇ ਨਾਲ ਕਰਦੇ ਹਾਂ ਇਤਿਹਾਸ ਦੀਆਂ ਹੋਰ ਗੱਲਾਂ ਬਾਤਾਂ। ਦਰਸ਼ਕੋ, ਜਿਹੜਾ ਇਹ ਲੋਹਗੜ੍ਹ ਦਾ ਕਿਲਾ ਸੀ ਨਾ, ਅਸਲ ਦੇ ਵਿੱਚ ਇਹ ਹਥਿਆਰਾਂ ਵਾਲੀ ਫੈਕਟਰੀ ਹੋਇਆ ਕਰਦਾ ਸੀ। ਜਿੰਨੇ ਵੀ ਸਿੱਖ ਫੌਜਾਂ ਦੇ ਹਥਿਆਰ ਹੁੰਦੇ ਸਨ, ਉਹ ਸਾਰੇ ਦੇ ਸਾਰੇ ਹਥਿਆਰਾਂ ਦੀ ਜਿਹੜੀ ਫੈਕਟਰੀ ਸੀ ਉਹ ਕਿਲਾ ਲੋਹਗੜ੍ਹ ਦੇ ਵਿੱਚ ਹੀ ਲਾਈ ਗਈ ਸੀ। ਇਸ ਕਰਕੇ ਜੇਕਰ ਆਨੰਦਪੁਰ ਸਾਹਿਬ ਨੂੰ ਜਿੱਤਣਾ ਹੈ, ਜੇਕਰ ਸਿੱਖਾਂ ਦੇ ਉੱਤੇ ਕਾਬੂ ਪਾਉਣਾ ਹੈ, ਸਿੱਖਾਂ ਨੂੰ ਹਰਾਉਣਾ ਹੈ, ਤੇ ਉਹਦੇ ਲਈ ਜਿਹੜੀ ਸਿੱਖਾਂ ਦੀ ਹਥਿਆਰਾਂ ਦੀ ਫੈਕਟਰੀ ਸੀ ਉਹਨੂੰ ਜਿੱਤਣਾ, ਉਹਨੂੰ ਖਤਮ ਕਰਨਾ ਜਾਂ ਉਹਦੇ ਉੱਤੇ ਕਬਜ਼ਾ ਕਰਨਾ ਸਭ ਤੋਂ ਜ਼ਰੂਰੀ ਸੀ। ਇਸ ਕਰਕੇ ਜਦੋਂ ਆਨੰਦਪੁਰ ਸਾਹਿਬ ਦੀ ਅਖੀਰਲੀ ਜੰਗ ਹੁੰਦੀ ਹੈ, ਉਸ ਸਮੇਂ ਰਾਜਾ ਕੇਸਰੀ ਚੰਦ ਔਰ ਜਿਹੜੇ ਹੋਰ 22 ਧਾਰ ਦੇ ਰਾਜੇ ਸਨ, ਨਾਲ ਜਿਹੜੀਆਂ ਔਰੰਗਜ਼ੇਬ ਦੀਆਂ ਫੌਜਾਂ ਸਨ, ਉਹਨਾਂ ਨੇ ਇਹ ਮਤਾ ਪਕਾਇਆ ਕਿ ਆਨੰਦਪੁਰ ਨੂੰ ਉਦੋਂ ਤੱਕ ਨਹੀਂ ਜਿੱਤਿਆ ਜਾ ਸਕਦਾ ਜਦ ਤੱਕ ਕਿਲਾ ਲੋਹਗੜ੍ਹ ਨੂੰ ਨਹੀਂ ਜਿੱਤਿਆ ਜਾ ਸਕਦਾ, ਕਿਉਂਕਿ ਕਿਲਾ ਲੋਹਗੜ੍ਹ ਹਥਿਆਰਾਂ ਦੀ ਖੇਪ ਹੈ, ਹਥਿਆਰਾਂ ਦੀ ਫੈਕਟਰੀ ਹੈ। ਸਿੱਖਾਂ ਦੀ ਜਿਹੜੀ ਆਪਾਂ ਇਹ ਕਹਿ ਲਓ ਵੀ ਹਥਿਆਰਾਂ ਦੀ ਤਾਕਤ ਕਿਲਾ ਲੋਹਗੜ੍ਹ ਹੈ। ਸੋ ਕਿਲਾ ਲੋਹਗੜ੍ਹ ਨੂੰ ਜਿੱਤਣ ਦਾ ਨਿਰਣਾ ਕੀਤਾ ਗਿਆ ਰਾਜਾ ਕੇਸਰੀ ਚੰਦ ਔਰ ਨਾਲ ਦੇ ਉਹਨਾਂ ਦੇ ਰਾਜਿਆਂ ਦੇ ਵੱਲੋਂ, ਨੀਤੀਕਾਰਾਂ ਦੇ ਵੱਲੋਂ। ਜਿਹੜੇ 22 ਧਾਰ ਦੇ ਰਾਜੇ ਸੀ ਉਹ ਔਰੰਗਜ਼ੇਬ ਦੇ ਨਾਲ ਮਿਲ ਕੇ ਚੱਲਦੇ ਪਏ ਸਨ। ਮਤਾ ਪਕਾਇਆ ਗਿਆ ਕਿਉਂਕਿ ਲੋਹਗੜ੍ਹ ਦਾ ਕਿਲਾ ਬਹੁਤ ਮਜ਼ਬੂਤ ਕਿਲਾ ਸੀ, ਇਸ ਦੇ ਦਰਵਾਜ਼ੇ ਨੂੰ ਭੰਨਣਾ ਔਰ ਭੰਨ ਕੇ ਅੰਦਰ ਜਾਣਾ ਬੜਾ ਮੁਸ਼ਕਲ ਸੀ। ਇਸ ਕਰਕੇ ਇੱਕ ਮਤਾ ਪਕਾਇਆ ਗਿਆ, ਇੱਕ ਨੀਤੀ ਘੜੀ ਗਈ ਕਿ ਹਾਥੀ ਦੇ ਨਾਲ ਕਿਲੇ ਦਾ ਦਰਵਾਜ਼ਾ ਤੋੜ ਦਿੱਤਾ ਜਾਵੇ। ਸੋ ਹਾਥੀ ਨੂੰ ਅੱਧੀ ਰਾਤ ਨੂੰ ਪਹਿਲਾਂ ਬਹੁਤ ਸ਼ਰਾਬ ਪਿਆਈ ਗਈ, ਹਾਥੀ ਨੂੰ ਨਸ਼ਾ ਪਿਲਾਇਆ ਗਿਆ। ਉਸ ਤੋਂ ਬਾਅਦ ਹਾਥੀ ਦੇ ਸਾਰੇ ਸਰੀਰ ਦੇ ਉੱਪਰ ਲੋਹਾ ਬੰਨਿਆ ਗਿਆ, ਉਹਦੇ ਮੱਥੇ ਦੇ ਉੱਪਰ ਢਾਲਾਂ, ਮੋਟੀਆਂ ਢਾਲਾਂ ਬੰਨੀਆਂ ਗਈਆਂ ਔਰ ਹਾਥੀ ਨੂੰ ਅੱਧੀ ਰਾਤ ਨੂੰ ਨਿਰਣਾ ਕੀਤਾ ਗਿਆ ਵੀ ਇਸ ਨੂੰ ਆਪਾਂ ਛੱਡ ਦੇਣਾ ਔਰ ਹਾਥੀ ਆ ਜਿਹੜਾ ਉਹ ਕਿਲੇ ਦੇ ਦਰਵਾਜ਼ੇ 'ਚ ਟੱਕਰਾਂ ਮਾਰੇਗਾ। ਟੁੱਟ ਗਿਆ ਕਿਲੇ ਦਾ ਦਰਵਾਜ਼ਾ ਤੇ ਆਪਣਾ ਕਬਜ਼ਾ ਕਿਲੇ ਦੇ ਉੱਪਰ ਹੋ ਜਾਣਾ। ਇੱਧਰ ਧੰਨ ਗੁਰੂ ਗੋਬਿੰਦ ਸਿੰਘ ਸਤਿਗੁਰੂ ਪਾਤਸ਼ਾਹ ਨੂੰ ਵੀ ਸਿੱਖਾਂ ਨੇ ਖਬਰ ਦਿੱਤੀ ਵੀ ਸਤਿਗੁਰੂ ਪਾਤਸ਼ਾਹ ਲੋਹਗੜ੍ਹ ਦੇ ਕਿਲੇ ਨੂੰ ਜਿੱਤਣ ਦੇ ਲਈ ਦੁਸ਼ਮਣ ਨੇ ਇਹ ਨੀਤੀ ਅਪਣਾਈ ਹੈ। ਇਤਿਹਾਸ ਕਹਿੰਦਾ ਹੈ ਵੀ ਧੰਨ ਗੁਰੂ ਗੋਬਿੰਦ ਸਿੰਘ ਸਤਿਗੁਰੂ ਪਾਤਸ਼ਾਹ ਦੇ ਕੋਲੇ ਉਸ ਸਮੇਂ ਦੁਨੀ ਚੰਦ ਬੈਠਾ ਹੋਇਆ ਸੀ, ਮਾਝੇ ਦਾ ਭਾਰੀ ਸਰੀਰ ਵਾਲਾ ਦੁਨੀ ਚੰਦ। ਧੰਨ ਗੁਰੂ ਗੋਬਿੰਦ ਸਿੰਘ ਸਤਿਗੁਰੂ ਪਾਤਸ਼ਾਹ ਨੇ ਕਹਿੰਦੇ ਸਭ ਤੋਂ ਪਹਿਲਾਂ ਕਿਹਾ ਦੁਸ਼ਮਣ ਦੇ ਹਾਥੀ ਦੇ ਨਾਲ ਸਾਡਾ ਹਾਥੀ ਦੁਨੀ ਚੰਦ ਮੁਕਾਬਲਾ ਕਰੇਗਾ। ਸਤਿਗੁਰੂ ਪਾਤਸ਼ਾਹ ਨੇ ਇਹ ਸੇਵਾ ਸੀ ਜਿਹੜੀ ਦਿੱਤੀ ਦੁਨੀ ਚੰਦ ਨੂੰ, ਪਰ ਦੁਨੀ ਚੰਦ ਕਹਿਣ ਲੱਗੇ ਥੋੜੇ ਸਮੇਂ ਬਾਅਦ ਜਿਹੜਾ ਸੀ ਉਹ ਆਪਣੇ ਸਾਥੀਆਂ ਨੂੰ ਔਰ ਆਪ ਖੁਦ ਡਰਨ ਲੱਗਾ ਔਰ ਇਹ ਕਹਿਣ ਲੱਗਾ ਜਾ ਕੇ ਆਪਣੇ ਸਾਥੀਆਂ ਦੇ ਕੋਲੇ ਵੀ ਸਤਿਗੁਰੂ ਪਾਤਸ਼ਾਹ ਕੋਲੇ ਹੁਣ ਕੁਝ ਨਹੀਂ ਹੈ, ਆਪਾਂ ਨੂੰ ਛੱਡ ਕੇ ਚਲੇ ਜਾਣਾ ਚਾਹੀਦਾ। ਦੁਨੀ ਚੰਦ ਅੱਧੀ ਰਾਤ ਨੂੰ ਕਿਲੇ ਦੀ ਕੰਧ ਟੱਪ ਕੇ ਭੱਜ ਗਿਆ, ਪਰ ਭੱਜਣ ਤੋਂ ਪਹਿਲਾਂ ਕਿਉਂਕਿ ਸਰੀਰ ਦਾ ਭਾਰਾ ਸੀ, ਪੌੜੀ ਟੁੱਟ ਗਈ ਔਰ ਡਿੱਗਿਆ ਥੱਲੇ ਦਾ, ਲੱਤ ਟੁੱਟ ਗਈ। ਲੱਤ ਟੁੱਟ ਕੇ ਨਾਲ ਦੇ ਸਾਥੀ ਚੱਕ ਕੇ ਲੈ ਗਏ। ਦੁਨੀ ਚੰਦ ਦੀ ਬਾਅਦ ਵਿੱਚ ਮੌਤ ਹੋ ਗਈ। ਮੌਤ ਤਾਂ ਹੋ ਗਈ, ਮੂਸਾ ਭੱਜਿਆ, ਮੌਤ ਤੋਂ ਅੱਗੇ ਮੌਤ ਖੜੀ। ਪਰ ਦਰਸ਼ਕੋ, ਜੇਕਰ ਦੁਨੀ ਚੰਦ ਦੀ ਮੌਤ ਤਾਂ ਲਿਖੀ ਹੋਈ ਸੀ, ਪਰ ਦੁਨੀ ਚੰਦ ਜੇਕਰ ਗੁਰੂ ਦੀਆਂ ਬਚਨਾਂ ਦੇ ਉੱਤੇ ਪਹਿਰਾ ਦਿੰਦਾ ਹੋਇਆ ਸ਼ਹੀਦ ਹੋ ਜਾਂਦਾ ਤੇ ਅੱਜ ਕੌਮ ਉਹਦੇ ਅੱਗੇ ਸੀਸ ਝੁਕਾਉਂਦੀ, ਪਰ ਗੁਰੂ ਤੋਂ ਭੱਜ ਗਿਆ। ਦੁਨੀ ਚੰਦ ਨੂੰ ਅੱਜ ਵੀ ਲਾਹਣਤਾਂ ਪੈਂਦੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਉਸ ਸਮੇਂ ਬੈਠੇ ਹੋਏ ਸਨ ਭਾਈ ਬਚਿੱਤਰ ਸਿੰਘ ਜੀ। ਸਤਿਗੁਰੂ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਦੀ ਚੋਣ ਕੀਤੀ, ਮੋਢੇ ਤੇ ਥਾਪੜਾ ਦਿੱਤਾ ਔਰ ਨਾਲ ਕਿਹਾ ਦੁਸ਼ਮਣ ਦੇ ਹਾਥੀ ਦਾ ਮੁਕਾਬਲਾ ਸਾਡਾ ਸ਼ੇਰ ਬਚਿੱਤਰ ਸਿੰਘ ਕਰੇਗਾ। ਨਾਗਣੀ ਤੇ ਵਰਸ਼ਾ ਦਿੱਤਾ। ਅੱਧੀ ਰਾਤ ਦਾ ਸਮਾਂ ਹੋਇਆ। ਦੁਸ਼ਮਣ ਦਾ ਹਾਥੀ ਜਿਹਦਾ ਸਰੀਰ ਦਾ ਮੱਥਾ ਸੀ ਜਿਹੜਾ ਢਾਲਾਂ ਲੋਹੇ ਦੀਆਂ ਭਾਰੀ ਬੰਨੀਆਂ ਹੋਈਆਂ ਨੇ, ਭਾਈ ਬਚਿੱਤਰ ਸਿੰਘ ਇੱਧਰ ਕਿਲੇ ਦੇ ਦਰਵਾਜ਼ੇ ਤੋਂ ਹਾਥੀ ਨੂੰ ਦੇਖ ਕੇ ਬਾਹਰ ਨਿਕਲਦੇ ਨੇ। ਦੂਰੋਂ ਹਾਥੀ ਆ ਰਿਹਾ ਹੈ। ਭਾਈ ਬਚਿੱਤਰ ਸਿੰਘ ਨੇ ਆਪਣਾ ਘੋੜਾ ਭਜਾਇਆ, ਰਕਾਬਾਂ ਤੇ ਖੜੇ ਹੋ ਕੇ ਦੋਨਾਂ ਹੱਥਾਂ ਦੇ ਨਾਲ ਬਰਸ਼ੀ ਨੇਜੇ ਨੂੰ ਸਿੱਧਾ ਕਰਦਿਆਂ ਹੋਇਆਂ ਇੱਕਦਮ ਹਾਥੀ ਦੇ ਮੱਥੇ ਵੱਲ ਵਾਰ ਕੀਤਾ। ਭਰਮਾ ਇੰਨਾ ਕੁ ਭਰਮਾ ਵਾਰ ਕੀਤਾ ਕਿ ਇੱਕਦਮ ਢਾਲਾਂ ਨੂੰ ਚੀਰਦੀ ਹੋਈ ਨਾਗਣੀ ਅੰਦਰ ਤੱਕ ਮੱਥੇ ਦੇ ਧਸ ਗਈ। ਲਹੂ ਦੀ ਤਤੀਰੀ ਸੀ ਜਿਹੜੀ ਉਹ ਵਗ ਪਈ ਔਰ ਹਾਥੀ ਚੀਕਾਂ ਮਾਰਦਾ ਹੋਇਆ ਪਿੱਛੇ ਨੂੰ ਹੀ ਭੱਜ ਤੁਰਿਆ। ਆਪਣੀਆਂ ਹੀ ਫੌਜਾਂ ਨੂੰ ਲਤਾੜਦਾ ਹੋਇਆ ਹਾਥੀ ਭੱਜ ਗਿਆ। ਭਾਈ ਬਚਿੱਤਰ ਸਿੰਘ ਜਿੱਤ ਦੀ ਖੁਸ਼ੀ ਵਿੱਚ ਵਾਪਸ ਪਰਤੇ। ਧੰਨ ਗੁਰੂ ਗੋਬਿੰਦ ਸਿੰਘ ਸਤਿਗੁਰੂ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਨੂੰ ਸ਼ਾਬਾਸ਼ੀ ਦਿੱਤੀ। ਇਸ ਤਰ੍ਹਾਂ ਭਾਈ ਬਚਿੱਤਰ ਸਿੰਘ ਨੇ
ਹਾਥੀ ਦਾ ਮੁਕਾਬਲਾ ਇਸ ਲੋਹਗੜ੍ਹ ਦੇ ਕਿਲੇ ਤੋਂ ਕੀਤਾ। ਸੋ ਦਰਸ਼ਕੋ, ਅੱਜ ਵੀ ਉਹ ਪਾਵਨ ਇਤਿਹਾਸ ਦਾ ਇਹ ਇਤਿਹਾਸਕ ਸਥਾਨ ਭਾਈ ਬਚਿੱਤਰ ਸਿੰਘ ਨੇ ਜਿਸ ਅਸਥਾਨ ਦੇ ਉੱਤੇ ਹਾਥੀ ਦਾ ਮੁਕਾਬਲਾ ਕੀਤਾ, ਸਿੱਖਾਂ ਦੀ ਹਥਿਆਰਾਂ ਦੀ ਫੈਕਟਰੀ ਕਿਲਾ ਲੋਹਗੜ੍ਹ ਆਨੰਦਪੁਰ ਸਾਹਿਬ ਦੀ ਧਰਤੀ ਉੱਪਰ ਜਦੋਂ ਵੀ ਆਓ ਇਸ ਪਾਵਨ ਅਸਥਾਨ ਦੇ ਦਰਸ਼ਨ ਜ਼ਰੂਰ ਕਰਕੇ ਜਾਓ।